पहली बार सब तो वड्डे मंच ते पंजाब दी समूची वजारत जल्द आ रहे हैं सिर्फ न्यूज़ 18 पंजाब ते। सत श्री अकाल, तुसीं वेख रहे हो न्यूज़ 18 पंजाब हरियाणा हिमाचल। मैं परमिंदर सिंह तेजा सारे दर्शकों का बुलेटिन स्वागत है। लैके हाजिर 6 बजे दी 6 वड्डियां खबरां। एक अज दी वड्डी खबर तो वाकिफ करवावांगे अपने दर्शकों को। सब तो पहला शुरुआत करांगे 6 नंबर ब्रेकिंग न्यूज़ तो। खबर सीधे तौर पर किसान जथेबंदियां दे नाल जुड़ी हुई है। SKM बनाम SSM साफ तौर पर वेखण नूं मिलिਆ। लुधियाना दे विच संयुक्त किसान मोर्चे की मीटिंग हुई है। मीटिंग की गई है, सारे पैसे SSM दे कोल हन। जगजीत सिंह डੱਲੇਵਾਲ ਦੇ ਵੱਲੋਂ ਇਹ ਵੱਡਾ ਨਿਸ਼ਾਨਾ ਸਾਧਿਆ ਗਿਆ। ਚੋਣਾਂ ਦੇ ਵਿੱਚ ਖਰਚੇ ਗਏ ਪੈਸਿਆਂ ਦਾ ਸਾਡੇ ਕੋਲ ਕੋਈ ਵੀ ਸਬੂਤ ਨਹੀਂ ਹੈ। तो साफ तौर पर किसान जथेबंदियां आपस ਦੇ ਵਿੱਚ ਵੰਡੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਸਿੱਧੇ ਤੌਰ ਤੇ ਡੱਲੇਵਾਲ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਚੋਣਾਂ ਦੇ ਵਿੱਚ ਖਰਚੇ ਗਏ ਪੈਸਿਆਂ ਦਾ ਸਾਡੇ ਕੋਲ ਕੋਈ ਵੀ ਸਬੂਤ ਨਹੀਂ ਹੈ। ਡੱਲੇਵਾਲ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ। ਇੱਕ ਪਾਸੇ SKM ਨਜ਼ਰ ਆ ਰਿਹਾ, ਇੱਕ ਪਾਸੇ SSM ਸੰਯੁਕਤ ਸਮਾਜ ਮੋਰਚਾ ਜਿਹੜਾ ਕਿ 2022 ਦੇ ਸਿਆਸੀ ਮੈਦਾਨ ਦੇ ਵਿੱਚ ਨਿਤਰਿਆ, ਹਾਲਾਂਕਿ ਉਸ ਤਰ੍ਹਾਂ ਦੀ ਕੋਈ ਕਾਮਯਾਬੀ ਹਾਸਲ ਨਹੀਂ ਹੋਈ। दरअसल लुधियाना ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ। ਪੈਸਿਆਂ ਨੂੰ ਲੈ ਕੇ ਡੱਲੇਵਾਲ ਨੇ SSM ਤੇ ਸਵਾਲ ਚੁੱਕੇ ਨੇ। ਡੱਲੇਵਾਲ ਦਾ ਕਹਿਣਾ ਹੈ ਕਿ ਸਾਰੇ ਪੈਸੇ SSM ਦੇ ਕੋਲ ਨੇ। ਚੋਣਾਂ ਦੇ ਵਿੱਚ ਖਰਚੇ ਗਏ ਪੈਸਿਆਂ ਦਾ ਸਾਡੇ ਕੋਲ ਕੋਈ ਵੀ ਸਬੂਤ ਨਹੀਂ ਹੈ। ਉਹ ਜਿਹੜਾ ਵੀ ਪੈਸਾ ਕਿੰਨਾ ਹੈ ਉਹ SSM ਦੇ ਲੀਡਰ ਸਾਹਿਬਾਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬੜਾ ਸਪਸ਼ਟ ਤੇ ਕਲੀਅਰਲੀ ਮੰਨ ਚੁੱਕੇ ਨੇ ਕਿ ਸਾਰੇ ਦਾ ਸਾਰਾ ਪੈਸਾ ਸਾਡੇ ਕੋਲੇ ਆ, ਉਹਨਾਂ ਕੋਲੇ ਚਲਿਆ ਗਿਆ। SSM ਵਾਲਿਆਂ ਕੋਲੇ ਹੁਣ ਉਹਨਾਂ ਕੋਲੇ ਆ ਪੈਸਾ। ਅਸੀਂ ਬਾਰ-ਬਾਰ ਕਮੇਟੀ ਬਣਾ ਕੇ ਉਹਨਾਂ ਦੇ ਕੋਲੋਂ ਮੰਗ ਰਹੇ ਹਾਂ ਕਿ ਇਹ ਜਿਹੜਾ ਪੈਸਾ ਤੁਹਾਡੇ ਕੋਲੇ ਭਾਈ ਇਹ ਪੈਸਾ ਲਿਆਓ ਇੱਧਰ। ਇਸ ਪੈਸੇ ਨੂੰ ਅਸੀਂ ਸਾਡੇ ਲਖੀਮਪੁਰ ਵਾਲਿਆਂ ਨੂੰ ਵੀ ਦੇਣਾ, ਉੱਥੇ ਲੜਾਈ ਲੜੀ ਜਾ ਰਹੀ ਹੈ। ਇੱਕ ਸਾਡਾ ਹਰਿਆਣੇ ਦਾ ਕਿਸਾਨ ਉੱਥੇ ਫਸੇ ਹੋਏ ਨੇ, 2-3 ਕਿਸਾਨ ਮੁਕੱਦਮੇ 'ਚ। ਉੱਥੇ ਟਿਕਰੀ ਬਾਰਡਰ ਤੇ ਇੱਕ ਨੇ ਆਪਣੇ ਆਪ ਨੂੰ ਅੱਗ ਲਾ ਕੇ ਮਤਲਬ ਸੁਸਾਈਡ ਕਰ ਲਿਆ ਸੀ। ਉਹਦੇ 'ਚ 2 ਕਿਸਾਨ ਫਸ ਗਏ ਸੀ। ਉਹਨਾਂ 2 ਪਰਿਵਾਰ, ਉਹ ਵੀ ਗਰੀਬ ਪਰਿਵਾਰ ਹੈ, ਕਿ ਉਹਦੇ 'ਚੋਂ ਕੁਝ ਲੈਣ ਦੇ ਕਰਕੇ ਉਹਨਾਂ ਦਾ ਕੰਪਰੋਮਾਈਜ਼ ਕਰਵਾ ਦਿੱਤਾ ਜਾਏ। ਉਹ ਵੀ ਅਸੀਂ ਮਤਲਬ ਇਹਨਾਂ ਦੇ ਕੋਲੋਂ ਮੰਗ ਕਰ ਰਹੇ ਹਾਂ ਕਿ ਉਹ ਪੈਸਾ ਤੁਸੀਂ SKM ਦੇ ਖਾਤੇ 'ਚ ਲਿਆਓ। ਆਪਣੇ ਖਿਲਾਫ ਮੋਰਚਾ ਖੋਲੋਗੇ ਨਹੀਂ, ਹਜੇ ਸਾਡੇ ਕੋਲੇ ਤੇ ਕੋਈ ਪ੍ਰੂਫ ਮੈਂ ਗੱਲ ਬੇਲੋੜੀ ਅਮਾਉਂਟ ਕਲੀਅਰ ਹੈ ਜੀ। ਉਹਨਾਂ ਨੇ ਆਪ ਹੀ ਬੋਲਿਆ ਬਈ 5 ਟੋਟਲ ਜਿਹੜਾ ਕੱਲੇ ਸਿੰਘੂ ਬਾਰਡਰ ਦਾ ਉਹ ਉਹਨਾਂ ਕੋਲੇ ਹੈਗਾ ਹਿਸਾਬ। ਵੱਡੀ ਜਿੱਥੇ ਵੱਧ ਕਲੈਕਸ਼ਨ ਹੋਈ ਹੈ ਉਹ ਕਹਿੰਦੇ ਆ ਵੀ 5 ਕਰੋੜ ਦੇ ਲਗਭਗ ਤਾਂ ਉੱਥੇ ਸਾਲ ਭਰ ਜਿਹੜਾ ਮੋਰਚਾ ਚੱਲਿਆ ਉਹ ਖਰਚ ਹੋ ਗਿਆ। ਪਰ 1.5 ਕਰੋੜ ਤੋਂ ਉੱਪਰ ਅਜੇ ਵੀ ਸਾਡੇ ਕੋਲੇ ਬਾਕੀ ਜਿਹੜੀ ਉਹਨਾਂ ਦੀ ਸਟੇਟਮੈਂਟ। ਅਸੀਂ ਕਹਿੰਦੇ ਆ ਵੀ ਜਿਹੜਾ 1.5 ਕਰੋੜ ਹੈਗਾ ਉਹ ਕਿਸੇ ਦੀ ਨਿੱਜੀ ਜ਼ਗੀਰ ਨਹੀਂ, ਉਹ ਲੋਕਾਂ ਨੇ ਦਿੱਤਾ ਅੰਦੋਲਨ ਵਾਸਤੇ। ਸੋ ਇਸ ਕਰਕੇ ਉਹ 1.5 ਕਰੋੜ ਅਸੀਂ ਕਹਾਂਗੇ ਵੀ ਆ ਜਿਹੜੇ ਅੱਜ 7 ਮੈਂਬਰੀ ਕਮੇਟੀ ਆਈ ਹੈ ਉਹਨਾਂ ਨੂੰ ਵੀ ਕਿਹਾ ਜੇ ਨਹੀਂ ਮੰਨਦੇ ਤਾਂ ਆਪਣੇ ਖਿਲਾਫ ਯਾਰ ਦੇਣਗੇ ਕਿਉਂ ਨਹੀਂ ਦੇਣਗੇ? ਉਹ ਦੇਣਗੇ ਕਿਉਂ ਨਹੀਂ? ਲੋਕਾਂ ਦਾ ਪੈਸਾ ਹੈ, ਲੋਕਾਂ ਦਾ ਪੈਸਾ ਕਮਾਲ ਦੀ ਗੱਲ ਹੈ। ਲੈ ਲਾਂਗੇ ਪੈਸਾ। इस खबर से ज्यादा जानकारी लुधियाना तो मेरे सहयोगी रोहित गौड़ जुड़ चुके ने। रोहित, एक पासे SKM एक पासे SSM, सीधे तौर पर डੱਲੇਵਾਲ ने SSM ते वड्डे इल्जाम लगाए ने। विस्तार दे नाल जानना चाहांगे पूरी प्रेस कॉन्फ्रेंस दे विच की कुछ कहा गया, किहड़े वड्डे इल्जाम ने? जी बिल्कुल परमिंदर, मैं तुहानूं दस देना। दरअसल ये सवाल उदों निकल के सामने आया जो असीं उन्हां नूं एक चीज़ पूछी सी कि मुआवजा देण दी गल कीती गई सी। संयुक्त किसान मोर्चे दे दौरान जो मोर्चा लग्या तो उस वेले कहा गया सीगा कि जिहड़े किसान साडे शहीद होए ने उन्हां दे परिवारां नूं 2-2 लाख रुपया जिहड़ा है वो मुआवजा दिता जाऊगा किसान मोर्चे वालों। इस चीज़ को लैके उन्होंने सवाल किया गया तो उस तो बाद ही ये बड़ा खुलासा निकल के सामने आया कि संयुक्त किसान मोर्चे मोर्चे के दौरान लगभग 5 करोड़ रुपया जिहड़ा सीगा इकट्ठा होया सीगा, जिसदे दौरान उसी दौरान उन्होंने खर्चे का जिहड़ा हिसाब सीगा जिहड़ा SSM दे ਜਿਹੜੇ ਆਗੂ ਹੈਗੇ ਨੇ, ਰਾਜੇਵਾਲ ਸਾਹਿਬ ਹੈਗੇ ਨੇ ਜਾਂ ਹੋਰ ਹੈਗੇ ਨੇ, ਉਹਨਾਂ ਨੇ ਇਸ ਚੀਜ਼ ਦਾ ਖਰਚਾ ਜਿਹੜਾ ਸੀ ਉਹਨਾਂ ਨੇ ਦੱਸਤਾ ਸੀਗਾ ਕਿ ਲਗਭਗ ਹੁਣ ਖਰਚਾ ਕਰਨ ਤੋਂ ਬਾਅਦ 5 ਕਰੋੜ ਵਿੱਚੋਂ ਖਰਚ ਕਰਨ ਤੋਂ ਬਾਅਦ 1.5 ਕਰੋੜ ਜਿਹੜਾ ਸੀਗਾ ਉਹਨਾਂ ਕੋਲ ਬਚਿਆ ਹੋਇਆ ਹੈ, ਜਿਹੜਾ ਕਿ SSM ਦੇ ਜਿਹੜੇ ਰਾਜੇਵਾਲ ਸਾਹਿਬ ਹੈਗੇ ਨੇ ਉਹਨਾਂ ਕੋਲ ਸੀਗਾ। ਤੇ ਉਸ ਚੀਜ਼ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਹੈਗੇ ਨੇ, ਜਿਹੜੇ ਡੱਲੇਵਾਲ ਸਾਹਿਬ ਹੈਗੇ ਨੇ, ਉਹਨਾਂ ਨੇ ਅੱਜ ਇਸ ਚੀਜ਼ ਦਾ ਖੁਲਾਸਾ ਕੀਤਾ ਕਿ ਉਸ ਰਾਸ਼ੀ ਨੂੰ, ਉਸ ਪੇਮੈਂਟ ਨੂੰ ਕਈ ਵਾਰ ਅਸੀਂ ਉਹਨਾਂ ਕੋਲ ਮੰਗ ਚੁੱਕੇ ਹਾਂ ਕਿ ਉਹ ਸਾਨੂੰ ਉਹ ਪੈਸੇ ਦੇਣ ਤਾਂ ਕਿ ਅਸੀਂ ਜਿਹੜੇ ਸ਼ਹੀਦ ਹੋਏ ਕਿਸਾਨ ਹੈਗੇ ਨੇ ਉਹਨਾਂ ਦੇ
ਪਰਿਵਾਰਾਂ ਦੀ ਅਸੀਂ ਮਦਦ ਕਰ ਸਕੀਏ। ਪਰ ਕਈ ਵਾਰ ਕਹਿਣ ਦੇ ਬਾਵਜੂਦ ਵੀ ਉਹ ਪੈਸੇ ਹਜੇ ਤੱਕ ਉਹਨਾਂ ਨੂੰ ਨਹੀਂ ਦਿੱਤੇ ਗਏ ਹੈ। ਤਾਂ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਪੁੱਛਿਆ ਕਿ ਜੇ ਅਗਰ ਉਹ ਪੈਸੇ ਨਹੀਂ ਦਿੰਦੇ ਨੇ ਤਾਂ ਇਸ ਚੀਜ਼ ਨੂੰ ਲੈ ਕੇ ਕੀ ਤੁਸੀਂ ਆਪਣਿਆਂ ਦੇ ਖਿਲਾਫ ਹੀ ਮੋਰਚਾ ਖੋਲੋਗੇ? ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਏਦਾਂ ਦੀ ਨੌਬਤ ਵੈਸੇ ਨਹੀਂ ਆਉਂਦੀ, ਪਰ ਜੇਕਰ ਆਈ ਤਾਂ ਅਸੀਂ ਇਸ ਦਾ ਵੀ ਪਰਹੇਜ਼ ਨਹੀਂ ਕਰਾਂਗੇ। ਤਾਂ ਇੱਥੋਂ ਚੀਜ਼ ਬਿਲਕੁਲ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕਿ ਹੁਣ ਕਿਸਾਨ ਮੋਰਚੇ ਦੇ ਵਿੱਚ ਜਿਹੜੇ ਦੋ ਪਾੜ ਕਾਫੀ ਦੇਰ ਤੋਂ ਨਜ਼ਰ ਆਏ ਸੀ ਉਹ ਹੁਣ ਕਿਤੇ ਨਾ ਕਿਤੇ ਸਾਹਮਣੇ ਹੋ ਗਏ ਨੇ। ਠੀਕ ਹੈ ਰੋਹਿਤ, ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਕ ਪਾਸੇ ਸੰਯੁਕਤ ਕਿਸਾਨ ਮੋਰਚਾ, ਦੂਜੇ ਪਾਸੇ ਸੰਯੁਕਤ ਸਮਾਜ ਮੋਰਚਾ। ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਗਏ ਨੇ ਕਿ ਕਿਸਾਨੀ ਮੋਰਚੇ ਦੌਰਾਨ ਜਿਹੜੇ ਪੈਸੇ ਇਕੱਠੇ ਹੋਏ ਕਰੀਬ 5 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਉਹ ਸਾਰੇ ਪੈਸੇ ਸੰਯੁਕਤ ਸਮਾਜ ਮੋਰਚੇ ਦੇ ਕੋਲ ਨੇ। ਸਿੱਧੇ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ। ਹੁਣ ਵੇਖਣਾ ਹੋਵੇਗਾ ਕਿ ਆਖਿਰਕਾਰ ਇਹਨਾਂ ਇਲਜ਼ਾਮਾਂ ਤੋਂ ਬਾਅਦ ਸੰਯੁਕਤ ਸਮਾਜ ਮੋਰਚੇ ਦੀ ਕੀ ਸਫਾਈ, ਕੀ ਬਿਆਨ ਸਾਹਮਣੇ ਆਉਂਦਾ ਹੈ। ਅੱਗੇ ਵਧਾਂਗੇ ਤੇ ਰੁਕ ਕਰਾਂਗੇ 5 ਨੰਬਰ ਬ੍ਰੇਕਿੰਗ ਨਿਊਜ਼ ਦਾ। ਵੱਡੀ ਖਬਰ ਜੁੜੀ ਹੋਈ ਹੈ ਫਤਿਹ ਜੰਗ ਬਾਜਵਾ ਦੇ ਨਾਲ। ਫਤਿਹ ਜੰਗ ਬਾਜਵਾ ਦੀ ਸੁਰੱਖਿਆ ਬਹਾਲ ਕਰ ਦਿੱਤੀ ਗਈ ਹੈ। ਸੁਰੱਖਿਆ ਵਾਪਸ ਲੈਣ ਤੋਂ ਕੁਝ ਘੰਟੇ ਬਾਅਦ ਦੀ ਸੁਰੱਖਿਆ ਬਹਾਲ ਵੀ ਹੋ ਗਈ ਹੈ। ਪੰਜਾਬ ਸਰਕਾਰ ਨੇ ਜਿਹੜੀ ਸੁਰੱਖਿਆ ਵਾਪਸ ਲਈ ਸੀ, ਕਿਉਂਕਿ ਫਤਿਹ ਜੰਗ ਬਾਜਵਾ ਦੇ ਨੂੰ ਸਿੱਧੇ ਤੌਰ ਤੇ ਕਿਹਾ ਗਿਆ ਸੀਗਾ ਕਿ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਗਿਆ, ਸੁਰੱਖਿਆ ਬਹਾਲ ਨਾ ਹੋਈ ਤਾਂ ਉਹਨਾਂ ਦੇ ਵੱਲੋਂ ਕੋਰਟ ਦਾ ਵੀ ਰੁਖ ਕੀਤਾ ਜਾਵੇਗਾ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਹਾਈ ਕੋਰਟ ਦੇ ਆਦੇਸ਼ਾਂ ਤੇ ਉਹਨਾਂ ਨੇ ਸੁਰੱਖਿਆ ਦਿੱਤੀ ਗਈ ਸੀ ਤੇ ਆਖਿਰਕਾਰ ਇਹ ਫੈਸਲਾ ਮੁੜ ਤੋਂ ਪਲਟ ਗਿਆ ਹੈ। ਸੁਰੱਖਿਆ ਬਹਾਲ ਕਰ ਦਿੱਤੀ ਗਈ ਹੈ ਕਿਉਂਕਿ ਸਵੇਰੇ ਹੀ ਮਾਨ ਸਰਕਾਰ ਦੇ ਵੱਲੋਂ ਕਰੀਬ 424 VIP ਜਿਹੜੇ ਨੇ, ਚਾਹੇ ਉਹ ਸਾਬਕਾ ਵਿਧਾਇਕ ਹੋਣ, ਚਾਹੇ ਉਹ ਪੁਲਿਸ ਅਫਸਰ ਹੋਣ, ਨਾਲ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਗਈ, ਜਿਨ੍ਹਾਂ ਦੇ ਵਿੱਚ ਫਤਿਹ ਜੰਗ ਸਿੰਘ ਬਾਜਵਾ ਵੀ ਇੱਕ ਸਨ। ਸੁਰੱਖਿਆ ਦੀ ਪਹਿਲਾਂ ਕਟੌਤੀ ਕੀਤੀ ਗਈ ਤੇ ਆਖਿਰਕਾਰ ਫਤਿਹ ਜੰਗ ਬਾਜਵਾ ਦੀ ਸੁਰੱਖਿਆ ਮੁੜ ਤੋਂ ਬਹਾਲ ਕਰ ਦਿੱਤੀ ਗਈ ਹੈ। ਵੱਡੀ ਖਬਰ ਜੁੜੀ ਹੋਈ ਹੈ ਫਤਿਹ ਜੰਗ ਬਾਜਵਾ ਦੇ ਨਾਲ, ਜਿਹੜੇ ਕਿ ਫਿਲਹਾਲ ਬੀਜੇਪੀ ਦੇ ਮੌਜੂਦਾ ਆਗੂ ਨੇ, ਸਾਬਕਾ ਵਿਧਾਇਕ ਨੇ ਫਤਿਹ ਜੰਗ ਬਾਜਵਾ। ਕਿਉਂਕਿ ਜਦੋਂ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਗਈ ਤਾਂ ਉਹਨਾਂ ਦੇ ਵੱਲ ਨਿਊਜ਼ 18 ਪੰਜਾਬ ਤੇ ਬਿਆਨ ਦਿੱਤਾ ਗਿਆ ਸੀਗਾ ਕਿ ਜੇਕਰ ਮੁੜ ਤੋਂ ਸੁਰੱਖਿਆ ਬਹਾਲ ਨਹੀਂ ਹੁੰਦੀ ਤਾਂ ਕੋਰਟ ਦਾ ਵੀ ਰੁਖ ਕਰਨਗੇ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਅਮਨ ਭਾਰਦਵਾਜ ਜੁੜੇ ਹੋਏ ਨੇ। ਅਮਨ, ਕੀ ਮੰਨਿਆ ਜਾਵੇ, ਕਿਤੇ ਨਾ ਕਿਤੇ ਜਿਹੜਾ ਉਹਨਾਂ ਨੇ ਕੋਰਟ 'ਚ ਜਾਣ ਦੀ ਚੁਣੌਤੀ ਦਿੱਤੀ ਸੀ ਉਸ ਦਾ ਅਸਰ ਹੈ, ਕਿਉਂਕਿ ਸਵੇਰੇ ਹੀ ਸੁਰੱਖਿਆ ਦੇ ਵਿੱਚ ਕਟੌਤੀ ਹੁੰਦੀ ਹੈ ਤੇ ਸ਼ਾਮ ਹੁੰਦੇ ਸੁਰੱਖਿਆ ਬਹਾਲ ਵੀ ਹੋ ਗਈ। ਬਿਲਕੁਲ ਪਰਮੇਸ਼ਵਰ, ਇਹੀ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਦੁਪਹਿਰੇ ਅਸੀਂ ਦੇਖਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਉਹ ਬਹਾਲ ਕਰਨ ਦੀ ਗੱਲ ਕਹੀ ਗਈ, ਪਰ ਉਹਨਾਂ ਵੱਲੋਂ ਸਿਕਿਉਰਿਟੀ ਐਕਸੈਪਟ ਨਹੀਂ ਕੀਤੀ ਗਈ। ਉੱਥੇ ਫਤਿਹ ਜੰਗ ਬਾਜਵਾ ਦੀ ਨਿਊਜ਼ 18 ਨਾਲ ਹੁਣ ਵੀ ਗੱਲ ਹੋਈ ਹੈ। ਉਹਨਾਂ ਵੱਲੋਂ ਇਹ ਪੁਸ਼ਟੀ ਕੀਤੀ ਗਈ ਕਿ 2 ਸਿਕਿਉਰਿਟੀ ਦੇ ਜਿਹੜੇ ਮੁਲਾਜ਼ਮ ਸੀਗੇ ਉਹ ਉਹਨਾਂ ਦੇ ਨਾਲ ਤੈਨਾਤ ਸੀ, ਜਿਨ੍ਹਾਂ ਨੂੰ ਹੁਣ ਬਹਾਲ ਕਰ ਦਿੱਤਾ ਗਿਆ। ਸਿਕਿਉਰਿਟੀ ਜਿਹੜੀ ਯਾਨੀ ਕਿ ਲਿੱਤੀ ਗਈ ਸੀ ਉਹ ਉਹਨਾਂ ਨੂੰ ਵਾਪਸ ਦੇ ਦਿੱਤੀ ਗਈ ਹੈ ਔਰ ਉਹਨਾਂ ਨੇ ਅਲਟੀਮੇਟਮ ਜ਼ਰੂਰ ਦਿੱਤਾ ਸੀਗਾ ਸ਼ਾਮ ਤੱਕ ਦਾ ਕਿ ਸ਼ਾਮ ਤੱਕ ਜੇ ਸਿਕਿਉਰਿਟੀ ਵਾਪਸ ਨਾ ਆਈ ਤਾਂ ਕੋਰਟ ਦਾ ਰੁਖ ਇਖਤਿਆਰ ਕੀਤਾ ਜਾਏਗਾ। ਲੇਕਿਨ ਪਰਵਿੰਦਰ, ਦੂਜੇ ਪਾਸੇ ਇਹ ਸਵਾਲ ਸਿਕਿਉਰਿਟੀ ਜਿਨ੍ਹਾਂ ਨੇ ਵਾਪਸ ਲਈ ਹੈ, ਪੁਲਿਸ ਐਡਮਿਨਿਸਟ੍ਰੇਸ਼ਨ ਉਹਨਾਂ ਤੇ ਵੀ ਖੜਾ ਹੁੰਦਾ ਹੈ ਕਿ ਜੇਕਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਚੱਲਦੇ ਸਿਕਿਉਰਿਟੀ ਵਾਪਸ ਲਈ ਗਈ ਹੈ ਤਾਂ ਇੰਨੀ ਪ੍ਰੈਸ਼ਰਾਈਜ਼ ਹੋ ਕੇ ਕਿਉਂ ਵਾਪਸ ਕੀਤੀ ਜਾ ਰਹੀ ਹੈ ਚੰਦ ਘੰਟਿਆਂ ਦੇ ਅੰਦਰ, ਔਰ ਇਸ ਤਰੀਕੇ ਦੇ ਫੈਸਲੇ ਜਾਂ ਤਾਂ ਪਹਿਲੇ ਲਿੱਤੇ ਕਿਉਂ ਜਾਂਦੇ ਨੇ ਔਰ ਯੂ ਟਰਨ ਕਿਉਂ ਦੇਖਣ ਨੂੰ ਮਿਲਦਾ ਹੈ। ਲੇਕਿਨ ਇਹ ਬਾਜਵਾ ਲਈ ਜ਼ਰੂਰ ਚੰਗੀ ਖਬਰ ਹੈ ਕਿ ਜੇਕਰ ਕੋਈ ਥ੍ਰੈਟ ਪਰਸੈਪਸ਼ਨ, ਜਿਵੇਂ ਉਹ ਬਾਰ-ਬਾਰ ਖਦਸ਼ਾ ਜ਼ਾਹਿਰ ਕਰਦੇ ਨੇ ਕਿ ਪੁਸ਼ਤੈਨੀ ਪਰਿਵਾਰਿਕ ਉਹਨਾਂ ਨੂੰ ਇੱਕ ਥ੍ਰੈਟ ਪਰਸੈਪਸ਼ਨ ਹੈਗੀ ਹੈ, ਤਾਂ ਉਸਦੇ ਚੱਲਦੇ ਸਿਕਿਉਰਿਟੀ ਜਿਹੜੀ ਹੈ ਉਹ ਹੁਣ ਬਹਾਲ ਕਰ ਦਿੱਤੀ ਗਈ ਹੈ। ਔਰ ਪਰਮਿੰਦਰ 424 ਦਾ ਕੁੱਲ ਲਿਸਟ ਹੈ, ਤਾਂ ਇਹ ਵੀ ਦੇਖਣਾ ਹੈ ਕਿ ਕਿਆ ਹੋਰ ਵੀ ਅਜਿਹੇ ਆਗੂ ਨੇ ਜਾਂ ਪਰਸਨੈਲਿਟੀਜ਼ ਨੇ ਜਿਨ੍ਹਾਂ ਦੀ ਸਿਕਿਉਰਿਟੀ ਲਿੱਤੀ ਗਈ ਸੀ, ਤਾਂ ਕਿਆ ਉਹਨਾਂ ਨੂੰ ਵੀ ਥ੍ਰੈਟ ਪਰਸੈਪਸ਼ਨ ਹੈ ਔਰ ਵਾਪਸ ਚੈੱਕ ਕੀਤੀ ਜਾਏਗੀ। ਨਹੀਂ ਤਾਂ ਉਹਨਾਂ ਵੱਲੋਂ ਵੀ ਕੋਰਟ ਦਾ ਰੁਖ ਜਿਹੜਾ ਕਰਨ ਦਾ ਇੱਕ ਆਪਸ਼ਨ ਹੈਗੀ ਹੈ ਉਹਨਾਂ ਕੋਲ, ਔਰ ਉਸਦੇ ਚੱਲਦੇ ਕਿਆ ਉਹਨਾਂ ਵੱਲੋਂ ਤਿਆਰ ਕੀਤਾ ਜਾਂਦਾ। ਪਰਮਿੰਦਰ, ਠੀਕ ਹੈ ਅਮਨ, ਪੂਰੀ ਜਾਣਕਾਰੀ ਤੁਹਾਡਾ ਬਹੁਤ ਧੰਨਵਾਦ। ਸੋ ਵੱਡੀ ਖਬਰ ਜੁੜੀ ਹੋਈ ਹੈ ਬੀਜੇਪੀ ਆਗੂ ਫਤਿਹ ਜੰਗ ਬਾਜਵਾ ਦੇ ਨਾਲ। ਸਵੇਰੇ ਮਾਨ ਸਰਕਾਰ ਦੇ ਵੱਲੋਂ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਗਈ, ਹਾਲਾਂਕਿ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਾਣ ਦੀ ਗੱਲ ਤੱਕ ਕਹੀ ਸੀ ਤੇ ਉਸ ਤੋਂ ਬਾਅਦ ਇਹ ਫੈਸਲਾ ਆਇਆ ਹੈ, ਫੈਸਲਾ ਲੈ ਲਿਆ ਗਿਆ ਕਿ ਸੁਰੱਖਿਆ ਬਹਾਲ ਕਰ ਦਿੱਤੀ ਗਈ। ਜਿਹੜੀ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਗਈ ਸੀ ਫਤਿਹ ਜੰਗ ਬਾਜਵਾ ਦੀ, ਉਹ ਸੁਰੱਖਿਆ ਬਹਾਲ ਕਰ ਦਿੱਤੀ ਗਈ ਹੈ। ਅੱਗੇ ਵਧਾਂਗੇ ਤੇ ਰੁਕ ਕਰਾਂਗੇ 6 ਵਜੇ ਦੀ ਚੌਥੀ ਵੱਡੀ ਖਬਰ ਦਾ। ਇਹ ਖਬਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਜੁੜੀ ਹੋਈ ਹੈ। ਜਥੇਦਾਰ ਦੀ ਸੁਰੱਖਿਆ ਵੀ ਬਹਾਲ ਕਰ ਦਿੱਤੀ ਗਈ ਹੈ। ਜਥੇਦਾਰ ਦੀ ਸੁਰੱਖਿਆ ਨੂੰ ਲੈ ਕੇ ਐਜੀਪੀਸੀ ਦੇ ਵੱਲੋਂ ਦਾਅਵਾ ਵੀ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਸੁਰੱਖਿਆ ਬਹਾਲ ਕਰ ਦਿੱਤੀ ਹੈ, ਪਰ ਜਥੇਦਾਰ ਦਾ ਸੁਰੱਖਿਆ ਲੈਣ ਤੋਂ ਇਨਕਾਰ ਕੀਤਾ ਗਿਆ। ਐਜੀਪੀਸੀ ਨੇ ਜਿੱਥੇ ਇਹ ਕਿਹਾ ਕਿ ਪੰਜਾਬ ਸਰਕਾਰ ਨੇ ਜਥੇਦਾਰ ਦੀ ਸੁਰੱਖਿਆ ਬਹਾਲ ਕੀਤੀ ਹੈ, ਉੱਥੇ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਜਥੇਦਾਰ ਦੇ ਵੱਲੋਂ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ, ਕਿਉਂਕਿ ਸਵੇਰੇ ਹੀ ਮਾਨ ਸਰਕਾਰ ਦੇ ਵੱਲੋਂ ਜਦੋਂ 424 ਜਿਹੜੇ VIPs ਨੇ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਗਈ, ਉਹਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੀ ਨਾਮ ਸੀਗਾ ਤੇ ਉਸ ਤੋਂ ਬਾਅਦ 'ਚ ਐਜੀਪੀਸੀ ਦੇ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ
ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੇ ਹੁਣ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ। ਨਾਲ ਹੀ ਐਜੀਪੀਸੀ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਚਾਹੇ ਸੁਰੱਖਿਆ ਜਿਹੜੀ ਆ ਉਹ ਬਹਾਲ ਕਰ ਦਿੱਤੀ ਗਿਆ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਆਪਣੇ ਵੱਲੋਂ 4 ਸੁਰੱਖਿਆ ਮੁਲਾਜ਼ਮ ਜਿਹੜੇ ਆ ਜਥੇਦਾਰ ਦੇ ਨਾਲ ਤਾਇਨਾਤ ਕੀਤੇ ਗਏ ਨੇ। ਸਰਕਾਰ ਸਮੇਂ-ਸਮੇਂ ਸਿਰ ਸਿਕਿਉਰਿਟੀ ਨੂੰ ਰਿਵਿਊ ਕਰਦੀ ਹੈ, ਆਪਣੇ ਅਫਸਰਾਂ ਕੋਲੋਂ ਰਿਪੋਰਟ ਲੈਂਦੀ ਹੈ ਔਰ ਹੋ ਸਕਦਾ ਉਹਨਾਂ ਨੇ ਜਿਹੜੀ ਇੰਟੈਲੀਜੈਂਸ ਦੀ ਰਿਪੋਰਟ ਹੋਵੇ ਜਾਂ जो भी है, सरकार का फैसला सरकार ने कोई सोच के लिया। आपने जथेदार का जो इतना बड़ा मान सम्मान का औहदा है उसकी वैल्यू भी नहीं समझी। एक तरफ आप गल्लू गारा दिवस आ रहा है, 20 कंपनी उधर से लेके आ रहे हैं बीएसएफ की कि पंजाब में इस हफ्ते में खतरा है और श्री कालता साहब के जथेदार की आप सिक्योरिटी विड्रा कर रहे हैं। तो मुझे समझ नहीं लगती इनको गाइड कौन कर रहा है। आज तक नहीं ऐसी बातें सुनी कि आपको कोई डिफरेंस ही नहीं पता कि श्री काल तख्त साहब का जथेदार की अथॉरिटी क्या है और दूसरे एक राजनीतिक व्यक्ति की क्या है। रुक करांगे इस वेले दी तीजी सब तो वड्डी खबर दा। बीजेपी गठजोड़ दे विच कैप्टन दा विरोध होना शुरू हो गया है। बीजेपी आगू हरजीत गरेवाल दा वड्डा बयान सामने आया। कैप्टन दी पार्टी दा कोई भी खास फायदा नहीं है। हरजीत गरेवाल कह रहे हैं, उन्होंने कहना कि पटियाला दे विच कैप्टन दा वजूद खत्म हो गया, जिथे कि संगरूर जिमनी चोणां नूं लैके यह कहा जा रहा है कि मुड़ तों गठजोड़ जिहड़ा मैदान दे विच मिल के उतरेगा, मिल के जिहड़ियां चोणां लड़ियां जाणगीआं। पर इस दे विचाले हरजीत गरेवाल दा ਵੱਡਾ ਬਿਆਨ ਸਾਹਮਣੇ ਆਇਆ। ਕੈਪਟਨ ਅਮਰਿੰਦਰ ਦੀ ਜਿਹੜੀ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਇਸ ਪਾਰਟੀ ਦਾ ਕੋਈ ਵਜੂਦ ਨਹੀਂ ਹੈ। ਉੱਥੇ ਹੀ ਕੈਪਟਨ ਅਮਰਿੰਦਰ ਦਾ ਵੀ ਪਟਿਆਲਾ ਦੇ ਵਿੱਚ ਜਿਹੜਾ ਵਜੂਦ ਹੈ ਉਹ ਖਤਮ ਹੋ ਗਿਆ। ਅੰਦੋਲਨ ਦੇ ਦੌਰਾਨ ਬੀਜੇਪੀ ਲੀਡਰਾਂ ਤੇ ਹੋਏ ਹਮਲਿਆਂ ਦੇ ਵਿੱਚ ਕੈਪਟਨ ਦਾ ਵੀ ਹੱਥ ਹੈ। ਇੱਥੋਂ ਤੱਕ ਉਹਨਾਂ ਨੇ ਇਲਜ਼ਾਮ ਲਗਾਏ ਨੇ ਗੱਠਜੋੜ ਰਹੇਗਾ ਜਾਂ ਨਹੀਂ ਇਹ ਫੈਸਲਾ ਹਾਈ ਕਮਾਨ ਦੇ ਹੱਥ ਹੈ। ਇਹ ਵੀ ਕਹਿ ਰਹੇ ਨੇ ਕਿ ਗੱਠਜੋੜੇ ਰਹਿਣਾ ਹੈ ਜਾਂ ਨਹੀਂ ਇਹ ਫੈਸਲਾ ਹਾਈ ਕਮਾਨ ਨੇ ਕਰਨਾ ਹੈ। ਬੀਜੇਪੀ ਨੂੰ ਆਪਣੇ ਦਮ ਤੇ ਅੱਗੇ ਵਧਣਾ ਚਾਹੀਦਾ ਹੈ। ਹਾਈ ਕਮਾਨ ਨੂੰ ਇਹ ਸਲਾਹ ਵੀ ਦੇ ਰਹੇ ਨੇ ਸੰਗਰੂਰ ਤੋਂ ਢੀਂਡਸਾ ਨੂੰ ਦਿੱਤੀ ਜਾਣੀ ਚਾਹੀਦੀ ਹੈ ਟਿਕਟ, ਕਿਉਂਕਿ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਕਿ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਬੀਜੇਪੀ ਦੇ ਉਮੀਦਵਾਰ ਹੋ ਸਕਦੇ ਨੇ, ਸਾਂਝੇ ਉਮੀਦਵਾਰ ਹੋ ਸਕਦੇ ਨੇ। ਤੇ ਹਰਜੀਤ ਗਰੇਵਾਲ ਨੇ ਇਹ ਵੀ ਕਿਹਾ ਕਿ ਸੰਗਰੂਰ ਤੋਂ ਢੀਂਡਸਾ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ। ਪਰ ਕੈਪਟਨ ਅਮਰਿੰਦਰ ਤੇ ਖੁੱਲ੍ਹ ਕੇ ਵਰੇ ਨੇ ਹਰਜੀਤ ਗਰੇਵਾਲ, ਜਿੱਥੇ ਕਿ ਇੱਕ ਸਮਾਂ ਸੀਗਾ ਜਦੋਂ ਕੈਪਟਨ ਅਮਰਿੰਦਰ ਨੂੰ ਕਾਂਗਰਸ ਦੇ ਵੱਲੋਂ ਸੀਐਮ ਦੀ ਕੁਰਸੀ ਤੋਂ ਹਟਾਇਆ ਗਿਆ ਤਾਂ ਉਹੀ ਹਰਜੀਤ ਗਰੇਵਾਲ ਕਹਿੰਦੇ ਸਨ ਕਿ ਪੰਜਾਬ ਦੀ ਸਿਆਸਤ ਦੇ ਇੰਸਟੀਟਿਊਸ਼ਨ ਨੇ, ਕੈਪਟਨ ਅਮਰਿੰਦਰ ਸੰਸਥਾ ਨੇ। ਪਰ ਹੁਣ ਉਹੀ ਹਰਜੀਤ ਗਰੇਵਾਲ ਕੈਪਟਨ ਅਮਰਿੰਦਰ ਤੇ ਵਰਦੇ ਹੋਏ ਨਜ਼ਰ ਆ ਰਹੇ। ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਦੀ ਪਾਰਟੀ ਦਾ ਕੋਈ ਖਾਸ ਫਾਇਦਾ ਨਹੀਂ ਹੈ। ਪਟਿਆਲਾ ਦੇ ਵਿੱਚ ਕੈਪਟਨ ਦਾ ਵਜੂਦ ਖਤਮ ਹੋ ਚੁੱਕਾ ਹੈ। चुनाव से पहले की बात करें, कहीं ना कहीं किसान आंदोलन हुआ और हुआ तो कहीं ना कहीं आपकी पार्टी का जो वर्कर है दबी आवाज़ के अंदर यही कहता हुआ नजर आता है कि उसके लिए कैप्टन अमरिंदर जिम्मेवार थे। तो ਸੀਗੇ ਉਹਦੇ 'ਚ ਕੀ ਦਿੱਕਤ ਆ? ਜਿਹੜੀ ਗੱਲ ਦਬੀ ਆਵਾਜ਼ 'ਚ ਕਿਉਂ ਕਹੇ ਜੀ? ਜਿਹੜੀ ਗੱਲ ਹੈ ਉਹ ਉੱਚੀ ਆਵਾਜ਼ 'ਚ ਕਹਿਣੀ ਚਾਹੀਦੀ ਹੈ। ਦਬੀ ਆਵਾਜ਼ 'ਚ ਤਾਂ ਜਿਹੜੇ ਕਾਇਰ ਨੇ ਉਹ ਕਹਿੰਦੇ ਹੁੰਦੇ ਆ, ਨਾ ਉਹ ਕਿਸੇ ਪਾਰਟੀ ਦੇ ਕੰਮ ਆ ਸਕਦੇ ਆ, ਨਾ ਕਿਸੇ ਪਰਿਵਾਰ ਦੇ ਆ ਸਕਦੇ ਆ, ਨਾ ਉਹ ਦੇਸ਼ ਦੇ ਆ ਸਕਦੇ ਆ। ਅਣਖ ਤੇ ਗੈਰਤ ਵਾਲੇ ਲੋਕ ਹੀ ਕੰਮ ਆਉਂਦੇ ਆ ਪਾਰਟੀਆਂ ਦੇ ਵੀ, ਠੀਕ ਹੈ। ਇਸ ਕਰਕੇ ਉਹ ਤਾਂ ਮੇਰੀ ਫਸਲ ਉਹਨਾਂ ਨੇ ਖੁਲਵਾਈ, ਬਹੁਤ ਵਰਕਰਾਂ ਤੇ ਹਮਲੇ ਕੀਤੇ, ਬਾਈ ਨੇਮ ਪਰਚੇ ਨਹੀਂ ਹੋਏ। ਇੱਥੇ ਰਾਜਪੁਰੇ ਸਾਡੇ ਵਰਕਰ ਸਾਰੀ ਰਾਤ ਬੰਦ ਰਹੇ। ਅਗਰ ਸਾਡੀ ਸੈਂਟਰਲ ਲੀਡਰਸ਼ਿਪ ਸਟੈਂਡ ਨਾ ਲੈਂਦੀ ਤਾਂ ਉਦੋਂ ਸ਼ਾਇਦ ਉਹ ਮਾਰੇ ਵੀ ਜਾ ਸਕਦੇ ਸੀ। ਇਸ ਤਰ੍ਹਾਂ ਬਹੁਤ ਕੁਝ ਹੋਇਆ ਸਾਡੇ ਨਾਲ। ਸਾਡੇ ਪੰਜਾਬ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ, ਉਹਨਾਂ ਤੇ ਬੜੇ ਹਮਲੇ ਹੋਏ। ਤੀਕਸ਼ਣ ਸੂਦ ਦੇ ਘਰ ਤੇ ਹਮਲਾ ਹੋ ਗਿਆ, ਗੋਬਰ ਸੁੱਟਿਆ ਹੈ ਟਰਾਲੀ, ਔਰ ਬਹੁਤ ਜਗ੍ਹਾ ਹੋਇਆ। आने वाले समय के अंदर अगर गठबंधन को लेकर के, क्योंकि आप भी पार्टी के सीनियर नेता हैं, आपसे अगर राय ली जाती है तो कहीं ना कहीं आप पक्ष में नहीं हैं। ਰਹਿ ਲੈਣਗੇ ਤਦ ਹੀ ਹੈ ਨਾ। ਕਿੰਨੀ ਰਹਿ ਲੈਂਦੇ ਆ, ਕੀ ਲੈਂਦੇ ਆ, ਉਹ ਗੱਲ ਅਲੱਗ ਆ। ਉੱਪਰ ਵਾਲਿਆਂ ਦੀ ਸੋਚ ਕੀ ਆ, ਉਹ ਕਿਉਂ ਇਹ ਕਰ ਰਹੇ ਆ, ਉਹ ਉਸ ਨੂੰ ਵੀ ਤਾਂ ਦੇਖਣਾ ਪੈਂਦਾ ਨਾ। ਅਸੀਂ ਤਾਂ ਅਨੁਸ਼ਾਸਨ 'ਚ ਰਹਿਣ ਵਾਲੀ ਪਾਰਟੀ ਹਾਂ ਅਤੇ ਜਦੋਂ ਤੱਕ ਫੈਸਲਾ ਨਹੀਂ ਕੋਈ ਹੁੰਦਾ ਉਦੋਂ ਤੱਕ ਤਾਂ ਅਸੀਂ ਵਿਰੋਧ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਫੈਸਲਿਆਂ ਦੇ ਨਾਲ ਚੱਲ ਪੈਂਦੇ ਹਾਂ। ਸਾਡੇ ਫੈਸਲੇ ਸਮੂਹਿਕ ਹੁੰਦੇ ਆ, ਕੋਈ ਇੱਕ ਵਿਅਕਤੀ ਨਹੀਂ ਲੈਂਦਾ। ਇਸੇ ਕਰਕੇ ਭਾਰਤੀ ਜਨਤਾ ਪਾਰਟੀ 'ਚ ਕਦੇ ਬਗਾਵਤ ਨਹੀਂ ਹੁੰਦੀ, कभी नहीं होती। लेकिन पर्सनल हरजीत ग्रेवाल क्या सोचते हैं कि अमरिंदर सिंह के साथ जाने से, उन पार्टियों के साथ जाने से फ़ायदा होगा बीजेपी को आगामी या नुकसान होगा? देखो ढींडसा जी नाल जाण च संगरूर च फ़ायदा होएगा तो इन्हां नाल पटियाले जाण च फ़ायदा हो सकता, पर पूरे पंजाब च कोई किसी का आधार नहीं है, उसका कोई लाभ नहीं होना। तो वो असीं अपना आधार वधाउणा तो सानूं कल्ले ही जाना पऊगा। तो वो हुण देखना हैगा सारिਆਂ ਦੀ, बाकियां दी सहमति किस गल ते वो पता लगेगा। तो मेरा मत अलग हैगा क्योंकि मैं अलग तरह की ज़मीन पर घूमदा, अलग तरह के लोगों च विचरदा, तो जगह जगह जाना और बहुत ज़्यादा घूमना हैगा मेरा। तो सानू आम पब्लिक का भी पता रहिंदा भाई वो की सोचती है,
ਤੇ ਸਾਡਾ ਆਧਾਰ ਕਿਸ ਤਰ੍ਹਾਂ ਵਧਣਾ ਉਹ ਵੀ ਪਤਾ ਰਹਿੰਦਾ। ਠੀਕ ਹੈ ਨਾ ਗੱਲ। सुनील जाखड़ ਇਸ ਵੇਲੇ ਦੀ ਦੂਜੀ ਵੱਡੀ ਖਬਰ ਵੀ ਕੈਪਟਨ ਅਮਰਿੰਦਰ ਤੇ ਮੁੱਖ ਮੰਤਰੀ ਮਾਨ ਦੇ ਨਾਲ ਜੁੜੀ ਹੈ। ਸੀਐਮ ਮਾਨ ਨੂੰ ਕੈਪਟਨ ਸੌਂਪਣਗੇ ਡੋਜ਼ੀਅਰ। ਦਾਗੀ ਸਾਬਕਾ ਮੰਤਰੀਆਂ ਵਿਧਾਇਕਾਂ ਦੇ ਨਾਂ ਸੌਂਪ ਸਕਦੇ ਨੇ ਕੈਪਟਨ। ਆਪਣੇ ਭ੍ਰਿਸ਼ਟ ਸਾਬਕਾ ਮੰਤਰੀਆਂ ਵਿਧਾਇਕਾਂ ਦੀ ਮਾਨ ਨੂੰ ਸੂਚੀ ਸੌਂਪਣਗੇ, ਕਿਉਂਕਿ ਲਗਾਤਾਰ ਇਸ ਨੂੰ ਲੈ ਕੇ ਕੈਪਟਨ ਅਮਰਿੰਦਰ ਤੇ ਸੁਖਿੰਦਰ ਸਿੰਘ ਰੰਧਾਵਾ ਆਮੋ ਸਾਹਮਣੇ ਹੋਏ। ਤਾਂ ਇਸ ਨੂੰ ਲੈ ਕੇ ਖਬਰ ਹੈ ਕਿ ਸੀਐਮ ਮਾਨ ਨੂੰ ਕੈਪਟਨ ਡੋਜ਼ੀਅਰ ਸੌਂਪਣਗੇ। ਉਸ ਦੇ ਵਿੱਚ ਕਈ ਜਿਹੜੇ ਕਾਂਗਰਸ ਦੇ ਸਾਬਕਾ ਮੰਤਰੀ, ਕਈ ਵਿਧਾਇਕਾਂ ਦਾ ਨਾਮ ਸ਼ਾਮਲ ਹੋ ਸਕਦਾ ਹੈ। ਤੇ ਇਸ ਨੂੰ ਲੈ ਕੇ ਹੁਣ ਕੈਪਟਨ ਅਮਰਿੰਦਰ ਦੇ ਵੱਲੋਂ ਉਹਨਾਂ ਨਾਵਾਂ ਦਾ ਖੁਲਾਸਾ ਕੀਤਾ ਜਾਵੇਗਾ। ਸੀਐਮ ਮਾਨ ਉਹਨਾਂ ਨੂੰ ਲੈ ਕੇ ਸੂਚੀ ਸੌਂਪੀ ਜਾਵੇਗੀ। ਵਿਧਾਇਕਾਂ ਦੀ ਮਾਨ ਨੂੰ ਜਿਹੜੀ ਸੂਚੀ ਦੀ ਗੱਲ ਕੀਤੀ ਹੈ, ਸਾਬਕਾ ਮੰਤਰੀ ਵਿਧਾਇਕਾਂ ਦੀ 6 ਸਾਬਕਾ ਮੰਤਰੀਆਂ ਦੇ ਨਾਂ ਇਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਜਿਹੜਾ ਕਿ ਡੋਜ਼ੀਅਰ ਕੈਪਟਨ ਅਮਰਿੰਦਰ ਦੇ ਵੱਲੋਂ ਸੀਐਮ ਮਾਨ ਨੂੰ ਸੌਂਪਿਆ ਜਾ ਸਕਦਾ ਹੈ। ਅਮਰਿੰਦਰ ਸਿੰਘ ਤੇ ਮਹਾਰਾਣੀ ਪ੍ਰਨੀਤ ਕੌਰ ਜਲਦ ਸੀਐਮ ਭਗਵੰਤ ਮਾਨ ਨੂੰ ਮਿਲਣਗੇ ਕਿ ਜਿਹੜੇ ਨਾਮ ਨੇ, ਜਿਹੜੇ ਉਹ ਮਾਈਨਿੰਗ ਦੇ ਵਿੱਚ ਲਿਪਤ ਸਨ ਮੰਤਰੀ ਤੇ ਬਾਕੀ ਨਾਮ ਐਮਐਲਏਆਂ ਦੇ ਆ, ਉਹਨਾਂ ਬਾਰੇ ਵੀ ਡਿਸਕਸ਼ਨ ਜ਼ਰੂਰ ਹੋਗੀ ਉਸ ਮੀਟਿੰਗ ਦੇ ਵਿੱਚ। ਇਹ ਨਾਮ ਦੱਸ ਕੇ ਆਏ ਵੀ ਜਾਣਗੇ ਕਿ ਕੌਣ ਮਾਈਨਿੰਗ ਕਰਦਾ ਰਿਹਾ, ਕਿਨੇ ਪੰਜਾਬ ਦਾ ਕੀ ਲੁੱਟਿਆ। ਕਿਉਂਕਿ ਪਹਿਲਾਂ ਅਗਰ ਦੋਸਤ ਵੀ ਚੰਗੇ ਸੀ ਤਾਂ ਹੁਣ ਦੁਸ਼ਮਣੀ ਵੀ ਚੰਗੀ ਤਰ੍ਹਾਂ ਨਿਭਾਵਾਂਗੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਨਾਮ ਹਾਈ ਕਮਾਂਡ ਨੂੰ ਦਿੱਤੇ ਸਨ। ਪਰ ਉਸ ਹਾਈ ਕਮਾਂਡ ਨੇ ਉਹ ਲੋਕਾਂ ਦੇ ਪ੍ਰਤੀ ਕਾਰਵਾਈ ਕਰਨ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਤਾ ਸੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਆਪਦੀ ਕੈਬਨਿਟ ਚੋਂ ਬਾਹਰ ਕੱਢਣਾ ਚਾਹੁੰਦੇ ਸੀਗੇ। ਪਰ ਉਹਨਾਂ ਨੇ ਕੀ ਪਤਾ ਉਸ ਫੰਡਸ ਦੇ ਵਿੱਚੋਂ ਉਹ ਫੰਡ ਗਾਹਾਂ ਹਾਈ ਕਮਾਂਡ ਨੂੰ ਵੀ ਟ੍ਰਾਂਸਫਰ ਕਰਤੇ, ਜਿਹੜੀ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਤੇ ਹੋਗੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਦਿਖੂਗਾ ਤੇ ਤੁਹਾਡੇ ਸਾਹਮਣੇ ਹੋਊਗਾ। ਦੇਖੋ, ਮੈਂ ਇਸ ਦੇ ਬਾਰੇ ਕੁਝ ਨਹੀਂ ਕਹਿ ਸਕਦਾ, ਪਰ ਇਹ ਜ਼ਰੂਰ ਹੈ ਵੀ ਜੇਕਰ ਕਿਸੇ ਵੀ ਬੰਦੇ ਨੇ ਕੋਈ ਇਸ ਕਿਸਮ ਦਾ ਕੰਮ ਕੀਤਾ ਜਿਹਨੇ ਪੰਜਾਬ ਨੂੰ ਲੁੱਟ ਕੀਤੀ ਹੈ ਤੇ ਉਹ ਸਾਹਮਣੇ ਉਜਾਗਰ ਜ਼ਰੂਰ ਹੋਣਾ ਚਾਹੀਦਾ ਹੈ। ਵੇਖੋ, ਮੇਰੇ ਕੋਲ ਕੋਈ ਬੈਰੋਮੀਟਰ ਨਹੀਂ, ਮੈਂ ਕਿਸੇ ਤੇ ਕੋਈ ਇਲਜ਼ਾਮ ਲਾ ਦੇਵਾਂ ਤੇ ਕਿਸੇ ਦੇ ਬਾਰੇ ਇਹ ਮੇਰਾ ਫਰਜ਼ ਨਹੀਂ ਬਣਦਾ। ਬਾਕੀ ਇਹ ਹੈ ਵੀ ਜੋ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਉਹ ਇੱਕ ਬੜੀ ਵੱਡੀ ਗੱਲ, ਉਹ ਕੋਈ ਛੋਟੀ ਗੱਲ ਨਹੀਂ। ਤੁਹਾਨੂੰ ਲੱਗਦਾ ਕਿ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਬਣਦੀ ਸੀ, ਘਰ ਦਾ ਮੁਖੀਆ ਉਹ ਸੀ, ਮੁੱਖ ਮੰਤਰੀ ਉਹ ਸੀ। ਹੁਣ ਤਾਂ ਪਾਰਟੀ ਛੱਡਦੀ, ਹੁਣ ਤਾਂ ਇਸ ਵੇਲੇ ਸਰਕਾਰ ਵੀ ਚਲੇਗੀ। ਹੁਣ ਇਲਜ਼ਾਮ ਲਾਣੇ ਜਾਂ ਫਾਈਲਾਂ ਕੱਢਣੀਆਂ, ਇਹ ਤੇ ਦੁਸ਼ਮਣੀ ਕੱਢਣ ਵਾਲਾ ਜਾਂ ਖੁੰਦਾ ਕੱਢਣ ਵਾਲਾ ਕੰਮ ਹੋਇਆ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਦੱਸ ਸਕਦੇ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਦੋਂ ਪੁੱਛਿਆ ਜਾਂਦਾ ਸੀ ਵੀ ਤੁਸੀਂ ਇਹ ਕਿਉਂ ਨਹੀਂ ਕਰਦੇ, ਤੇ ਹਮੇਸ਼ਾ ਇਹ ਗੱਲ ਕਹਿੰਦੇ ਸੀ ਵੀ ਪਾਰਟੀ ਜਿਹੜੀ ਹਾਈ ਕਮਾਂਡ ਹੈ ਉਹ ਮੈਨੂੰ ਐਕਸ਼ਨ ਲੈਣ ਤੋਂ ਰੋਕਦੀ ਹੈ, ਕਿਸੇ ਨਾ ਕਿਸੇ ਢੰਗ ਨਾਲ ਵੀ ਕੋਈ ਪਾਰਟੀ ਦਾ ਨਾ ਬਦਨਾਮ ਨਾ ਹੋਏ ਜਾਂ ਕੀ ਵਜ੍ਹਾ ਹੈ। ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਵੀ ਪਾਰਟੀ ਹਾਈ ਕਮਾਂਡ ਕਿਉਂ ਰੋਕਦੀ ਸੀ। ਠੀਕ ਹੈ, ਸੋ ਇਹ ਚੀਜ਼ਾਂ ਜਿਹੜੀਆਂ ਹੋਈਆਂ ਨੇ ਬੜੇ ਵੱਡੇ ਪੈਮਾਨੇ ਤੇ ਹੋਈਆਂ। ਤੁਸੀਂ ਇਹ ਮੇਰੇ ਕੋਲੋਂ ਨਹੀਂ, ਜਿੱਦਣ ਕੈਪਟਨ ਅਮਰਿੰਦਰ ਸਿੰਘ ਹੋਰੀ ਭਗਵੰਤ ਮਾਨ ਜੀ ਨੂੰ ਮਿਲ ਕੇ ਜਾਣਗੇ ਤੇ ਮੇਰੇ ਖਿਆਲ ਇਹ ਬਹੁਤ ਵੱਡੀ ਇੱਕ ਨਿਊਜ਼ ਹੋਏਗੀ। ਅੱਗੇ ਵਧਾਂਗੇ ਤੇ ਰੁਕ ਕਰਾਂਗੇ ਹੁਣ ਅੱਜ ਦੀ ਸਭ ਤੋਂ ਵੱਡੀ ਪਹਿਲੀ ਖਬਰ ਦਾ। ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਦੇ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਸੰਤ ਬਲਬੀਰ ਸਿੰਘ ਸੀਚੇਵਾਲ ਜਿਹੜੇ ਆ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਲਈ ਉਮੀਦਵਾਰ ਹੋਣਗੇ। ਨਿਊਜ਼ 18 ਦੇ ਵੱਲੋਂ ਦਰਅਸਲ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਸਵੇਰ ਤੋਂ ਹੀ ਵਿਖਾਇਆ ਜਾ ਰਿਹਾ ਸੀਗਾ। ਪਹਿਲਾਂ ਹੀ ਨਿਊਜ਼ 18 ਦੇ ਵੱਲੋਂ ਇਹ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾ ਦਿੱਤੀ ਗਈ ਸੀ ਕਿ ਆਖਿਰਕਾਰ ਸੰਤ ਬਲਬੀਰ ਸਿੰਘ ਸੀਚੇਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ। ਤੇ ਆਖਿਰਕਾਰ ਨਿਊਜ਼ 18 ਪੰਜਾਬ ਦੀ ਖਬਰ ਤੇ ਇੱਕ ਵਾਰ ਫਿਰ ਮੋਹਰ ਲੱਗੀ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਉਮੀਦਵਾਰ ਹੋਣਗੇ। ਇਸ ਤੋਂ ਇਲਾਵਾ ਵਿਕਰਮਜੀਤ ਸਿੰਘ ਸੰਨੀ ਉਮੀਦਵਾਰ ਹੋਣਗੇ। ਦੋਵੇਂ ਉਮੀਦਵਾਰਾਂ ਦਾ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਤੇ ਥੋੜੇ ਦਿਨਾਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। ਤੇ ਉਸ ਤੋਂ ਬਾਅਦ ਚ ਰਾਜ ਸਭਾ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦੇ ਨਜ਼ਰ ਆਉਣਗੇ ਬਲਬੀਰ ਸਿੰਘ ਸੀਚੇਵਾਲ ਤੇ ਵਿਕਰਮਜੀਤ ਸਿੰਘ ਸੰਨੀ। ਦੋਵਾਂ ਨਾਮਾਂ ਤੇ ਪਾਰਟੀ ਦੇ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ। ਖੁਦ ਸੀਐਮ ਭਗਵੰਤ ਮਾਨ ਨੇ ਟਵੀਟ ਕਰਦੇ ਜਿੱਥੇ ਜਾਣਕਾਰੀ ਦਿੱਤੀ, ਉੱਥੇ ਹੀ ਦੋਵਾਂ ਹਸਤੀਆਂ ਨੂੰ, ਦੋਵਾਂ ਲੋਕਾਂ ਨੂੰ ਵਧਾਈ ਵੀ ਦਿੱਤੀ ਹੈ, ਸ਼ੁਭ ਕਾਮਨਾਵਾਂ ਵੀ ਦਿੱਤੀਆਂ ਗਈਆਂ ਨੇ। ਆਖਿਰਕਾਰ ਨਿਊਜ਼ 18 ਪੰਜਾਬ ਦੀ ਖਬਰ ਤੇ ਮੋਹਰ ਲੱਗ ਚੁੱਕੀ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਦੀਆਂ ਲਗਾਤਾਰ ਚਰਚਾਵਾਂ ਸਨ, ਕਿਉਂਕਿ ਕੱਲ੍ਹ ਹੀ ਸੀਐਮ ਮਾਨ ਦੇ ਵੱਲੋਂ ਮੁਲਾਕਾਤ ਵੀ ਕੀਤੀ ਗਈ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਲ। ਉੱਥੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਿਊਜ਼ 18 ਪੰਜਾਬ ਦੇ ਨਾਲ ਐਕਸਕਲੂਸਿਵ ਗੱਲਬਾਤ ਕਰਦੇ ਹੋਏ ਇਹ ਵੀ ਕਿਹਾ ਕਿ ਜਿਹੜੇ ਉਹ ਪਾਣੀਆਂ ਦੇ ਮੁੱਦੇ ਦੀ ਗੱਲ ਹੋਵੇ, ਚਾਹੇ ਉਹ ਹਵਾ ਨੂੰ, ਧਰਤੀ ਨੂੰ ਬਚਾਉਣ ਦੀ ਗੱਲ ਹੋਵੇ, ਨਸ਼ਿਆਂ ਦਾ ਮੁੱਦਾ ਹੋਵੇ, ਉਹ ਮੁੱਦੇ ਜਿਹੜੇ ਲਗਾਤਾਰ ਉਹਨਾਂ ਮੁੱਦਿਆਂ ਤੇ ਕੰਮ ਕਰ ਰਹੇ ਨੇ, ਉਹੀ ਮੁੱਦੇ ਰਾਜ ਸਭਾ ਦੇ ਵਿੱਚ ਉਠਾਏ ਜਾਣਗੇ। ਉਹਨਾਂ ਮੁੱਦਿਆਂ ਦਾ ਰਾਜ ਸਭਾ ਦੇ ਵਿੱਚ ਆਵਾਜ਼ ਚੁੱਕ ਕੇ ਵੀ ਹੱਲ ਕੀਤਾ ਜਾਵੇਗਾ। ਉਹਨਾਂ ਮੁੱਦਿਆਂ ਦਾ ਵੀ ਇੱਕ ਵਾਰ ਫਿਰ ਸੀਚੇਵਾਲ ਦੇ ਵੱਲੋਂ ਜ਼ਿਕਰ ਕੀਤਾ ਗਿਆ। ਨਾਲ ਉਹਨਾਂ ਨੇ ਕਿਹਾ ਕਿ ਜੋ ਸੀਐਮ ਮਾਨ ਦੇ ਵੱਲੋਂ ਉਹਨਾਂ ਨੂੰ ਇਹ ਕਿਹਾ ਗਿਆ
ਕਿ ਉਹਨਾਂ ਨੂੰ ਰਾਜ ਸਭਾ ਭੇਜਣਾ ਚਾਹੁੰਦੇ ਨੇ। ਤਾਂ ਉਹਨਾਂ ਦਾ ਕਹਿਣਾ ਸੀ ਕਿ ਹਾਲਾਂਕਿ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਨਾ ਕਰ ਦਿੱਤੀ, ਪਰ ਉਸ ਤੋਂ ਬਾਅਦ ਜਦੋਂ ਵਾਰ-ਵਾਰ ਉਹਨਾਂ ਦੇ ਵੱਲੋਂ ਕਿਹਾ ਗਿਆ ਤੇ ਫਿਰ ਇਸ ਗੱਲ ਨੂੰ ਲੈ ਕੇ ਉਹ ਰਾਜੀ ਹੋ ਗਏ। ਉੱਥੇ ਗੱਲ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਕੀਤੀ ਜਾਵੇ ਤਾਂ ਸੰਤ ਬਲਬੀਰ ਸਿੰਘ ਸੀਚੇਵਾਲ ਈਕੋ ਬਾਬਾ ਦੇ ਨਾਮ ਦੇ ਨਾਲ ਮਸ਼ਹੂਰ ਨੇ। ਈਕੋ ਬਾਬਾ ਨਾਮ ਦੇ ਨਾਲ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ। ਨਦੀਆਂ ਦੇ ਵੱਧਦੇ ਪ੍ਰਦੂਸ਼ਣ ਨੂੰ ਰੋਕਣ ਦੀ ਲਗਾਤਾਰ ਉਹ ਯਤਨਸ਼ੀਲ ਨੇ, ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ। ਇਸੇ ਕਰਕੇ ਉਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ, ਰਾਸ਼ਟਰਪਤੀ ਸਨਮਾਨ ਕੀਤਾ ਜਾ ਚੁੱਕਾ ਹੈ। ਈਕੋ ਬਾਬਾ ਦੇ ਨਾਮ ਦੇ ਨਾਲ ਵੀ ਮਸ਼ਹੂਰ ਨੇ। 160 ਕਿਲੋਮੀਟਰ ਲੰਬੀ ਵੇਈ ਨਦੀ ਦੀ ਸਫਾਈ ਜਿਵੇਂ ਉਹਨਾਂ ਨੇ ਲਗਾਤਾਰ ਕੀਤੀ, ਉਸ ਦੇ ਨਾਲ ਵੀ ਉਹਨਾਂ ਨੂੰ ਜਾਣਿਆ ਜਾਂਦਾ। 2007 ਦੇ ਵਿੱਚ ਉਹਨਾਂ ਨੇ ਇਕੱਲੇ ਇਸ ਨੂੰ ਲੈ ਕੇ ਮੋਰਚਾ ਸੰਭਾਲਿਆ ਸੀਗਾ। 160 ਕਿਲੋਮੀਟਰ ਲੰਬੀ ਕਾਲੀ ਵੇਈ ਨਦੀ ਦੀ ਜਿਵੇਂ ਉਹਨਾਂ ਨੇ ਸਫਾਈ ਕੀਤੀ, ਜਿਵੇਂ ਕਿ ਵਾਤਾਵਰਨ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ ਆਪਣੇ ਆਪ ਦੇ ਵਿੱਚ, ਉਸ ਨੂੰ ਲੈ ਕੇ ਉਹਨਾਂ ਦਾ ਨਾਮ ਜਾਣਿਆ ਜਾਂਦਾ ਹੈ। 2007 ਦੇ ਵਿੱਚ ਇਕੱਲੇ ਹੀ ਉਹਨਾਂ ਨੇ ਵੇਈ ਨਦੀ ਦੀ ਸਫਾਈ ਦਾ ਬੀੜਾ ਚੁੱਕਿਆ। ਇਸ ਕੰਮ ਦੀ 2007 ਦੇ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਵੱਲੋਂ ਸ਼ੁਰੂਆਤ ਕੀਤੀ ਗਈ। ਜਲੰਧਰ ਦੇ ਪਿੰਡ ਸੀਚੇਵਾਲ ਦੇ ਵਿੱਚ ਬਲਬੀਰ ਸਿੰਘ ਸੀਚੇਵਾਲ ਦਾ ਜਨਮ ਹੋਇਆ, ਇਸੇ ਕਰਕੇ ਉਹਨਾਂ ਦੇ ਨਾਮ ਦੇ ਨਾਲ ਸੀਚੇਵਾਲ ਲੱਗਦਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਮ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਹੈ। ਸੋ ਇੱਕ ਵਾਤਾਵਰਨ ਪ੍ਰੇਮੀ ਦੇ ਵਜੋਂ ਉਹਨਾਂ ਦੀ ਪਹਿਚਾਣ ਹੈ। 2017 ਦੇ ਵਿੱਚ ਵਾਤਾਵਰਨ ਦੇ ਲਈ ਉਹਨਾਂ ਨੇ ਅਹਿਮ ਯੋਗਦਾਨ ਦੇ ਚੱਲਦੇ ਉਹਨਾਂ ਨੂੰ ਰਾਸ਼ਟਰਪਤੀ ਦੇ ਵੱਲੋਂ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉੱਥੇ ਵਿਕਰਮਜੀਤ ਸਿੰਘ ਸਾਨੀ ਦੀ ਗੱਲ ਕੀਤੀ ਜਾਵੇ ਤਾਂ ਉਦਮੀ, ਸਿੱਖਿਆ ਸ਼ਾਸਤਰੀ, ਸਮਾਜ ਸੇਵੀ ਦੇ ਵਜੋਂ ਉਹਨਾਂ ਦੀ ਇੱਕ ਪਹਿਚਾਣ ਹੈ। ਇਸੇ ਕਰਕੇ ਉਹਨਾਂ ਨੂੰ ਖਾਸ ਤੌਰ ਤੇ ਜਾਣਿਆ ਜਾਂਦਾ, ਜਿਨ੍ਹਾਂ ਨੂੰ ਕਿ ਆਪ ਦੇ ਵੱਲੋਂ ਚੁਣਿਆ ਗਿਆ ਹੈ ਉਮੀਦਵਾਰ ਦੇ ਤੌਰ ਤੇ। ਸਨ ਗਰੁੱਪ ਦੇ ਫਾਊਂਡਰ ਵੀ ਨੇ ਵਿਕਰਮਜੀਤ ਸਿੰਘ ਸਾਨੀ, ਜਿਹੜੇ ਕਿ ਰਾਜ ਸਭਾ ਮੈਂਬਰ ਆਉਣ ਵਾਲੇ ਸਮੇਂ ਦੇ ਵਿੱਚ ਬਣਨਗੇ, ਆਪ ਦੀ ਪੰਜਾਬ ਦੀ ਨੁਮਾਇੰਦਗੀ ਕਰਨਗੇ। ਸਮਾਜ ਸੇਵਾ ਦੇ ਲਈ ਪਦਮ ਸ਼੍ਰੀ ਐਵਾਰਡ ਦੇ ਨਾਲ ਵੀ ਵਿਕਰਮਜੀਤ ਸਿੰਘ ਸਾਨੀ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਤੇ ਵਿਕਰਮਜੀਤ ਸਿੰਘ ਸਾਨੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਲਈ ਉਮੀਦਵਾਰ ਹੋਣਗੇ। ਮੌਰੀਸ਼ਸ ਦੇ ਰਾਸ਼ਟਰਪਤੀ ਤੋਂ ਇੰਟਰਨੈਸ਼ਨਲ ਪੀਸ ਐਵਾਰਡ ਵੀ ਵਿਕਰਮਜੀਤ ਸਿੰਘ ਸਾਨੀ ਨੂੰ ਮਿਲ ਚੁੱਕਾ ਹੈ। ਸੋ ਗੱਲ ਪੰਜਾਬੀ ਸੱਭਿਆਚਾਰ ਦੀ ਕੀਤੀ ਜਾਵੇ ਤਾਂ ਪੰਜਾਬੀ ਸੱਭਿਆਚਾਰ ਦੇ ਉਹਨਾਂ ਦੇ ਵੱਲੋਂ ਵਿਸ਼ੇਸ਼ ਕਦਮ ਚੁੱਕੇ ਗਏ। ਪੰਜਾਬੀ ਕਲਚਰ ਦੇ ਨਾਲ ਲਗਾਤਾਰ ਵਾਹ ਵਾਸਤਾ ਲਗਾਤਾਰ ਜੁੜੇ ਹੋਏ ਨੇ ਵਿਕਰਮਜੀਤ ਸਾਨੀ। ਉੱਥੇ ਸੀਐਮ ਭਗਵੰਤ ਮਾਨ ਨੇ ਟਵੀਟ ਵੀ ਕੀਤਾ ਹੈ। ਟਵੀਟ ਕਰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਵੱਲੋਂ ਦੋਵਾਂ ਉਮੀਦਵਾਰਾਂ ਨੂੰ। ਮੈਨੂੰ ਸੂਚਿਤ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ, ਜਿਹੜਾ ਕਿ ਟਵੀਟ ਕੀਤਾ ਗਿਆ, ਆਮ ਆਦਮੀ ਪਾਰਟੀ 2 ਪਦਮ ਸ਼੍ਰੀ ਐਵਾਰਡ ਦੇ ਨਾਲ ਸਨਮਾਨਿਤ ਸ਼ਖਸੀਅਤਾਂ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕਰ ਰਹੀ ਹੈ। ਇਹ ਟਵੀਟ ਕੀਤਾ ਗਿਆ ਸੀਐਮ ਮਾਨ ਦੇ ਵੱਲੋਂ। ਉੱਥੇ ਉਹਨਾਂ ਨੇ ਲਿਖਿਆ ਹੈ ਕਿ ਇੱਕ ਵਾਤਾਵਰਨ ਪ੍ਰੇਮੀ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਨਾਲ ਹੀ ਲਿਖਦੇ ਨੇ ਕਿ ਦੂਜੇ ਪੰਜਾਬੀ ਕਲਚਰ ਦੇ ਨਾਲ ਸੰਬੰਧਿਤ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਨੀ, ਜਿਹੜੇ ਕਿ 2 ਉਮੀਦਵਾਰ ਨੇ ਆਪ ਦੇ, ਦੋਵਾਂ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸੀਐਮ ਭਗਵੰਤ ਮਾਨ ਨੇ ਟਵੀਟ ਕਰਦੇ ਵਧਾਈਆਂ ਦਿੱਤੀਆਂ। ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਇਸ ਗੱਲ ਨੂੰ ਸੂਚਨਾ ਦਿੰਦੇ ਹੋਏ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ 2 ਪਦਮ ਸ਼੍ਰੀ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਦੇ ਲਈ ਉਮੀਦਵਾਰ ਚੁਣਿਆ ਗਿਆ ਹੈ। ਇੱਕ ਨੇ ਸੰਤ ਬਲਬੀਰ ਸਿੰਘ ਸੀਚੇਵਾਲ, ਦੂਜੇ ਵਿਕਰਮਜੀਤ ਸਿੰਘ ਸਾਨੀ।